ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 23 ਅਪ੍ਰੈਲ 2014 10 ਵਿਸਾਖ ਨਾਨਕ ਸਚਾਈ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਵਿਸ਼ਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਅਸੀਂ ਇੰਟਰਨੈਸ਼ਨਲ ਪ੍ਰਪੋਰਸ਼ਨ ਜਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰਾਂਗੇ ਜੀ। ਖਾਸ ਤੌਰ ਤੇ ਜਦੋਂ ਅਸੀਂ ਦੁਨੀਆ ਦੇ ਵਿੱਚ ਦੋ ਧਰੂਵੀ ਸੰਸਾਰ ਦੀ ਗੱਲ ਕਰਦੇ ਹਾਂ, ਦੂਸਰੇ ਸੰਸਾਰ ਯੁੱਧ ਤੋਂ ਬਾਅਦ ਪਹਿਲੀ ਜਿਹੜੀ ਪੋਲਰਾਈਜੇਸ਼ਨ ਹੋਈ ਜਾਂ ਧਰੂਵੀਕਰਨ ਹੋਇਆ ਜੀ, ਇੱਕ ਪਾਸੇ ਸੋਵੀਅਤ ਯੂਨੀਅਨ ਸੀ ਜਿਹੜਾ ਕਿ ਕਮਿਊਨਿਜ਼ਮ ਨੂੰ ਲੀਡ ਕਰ ਰਿਹਾ ਸੀ ਜਾਂ ਕਮਿਊਨਿਸਟ ਤਾਕਤਾਂ ਦਾ ਜਿਹੜਾ ਉਸ ਨੂੰ ਸਾਥ ਜਾਂ ਸਮਰਥਨ ਹਾਸਲ ਸੀ ਜੀ। ਦੂਸਰੇ ਪਾਸੇ ਅਮਰੀਕਾ ਸੀ ਜਿਹਦੇ ਨਾਲ ਪੱਛਮੀ ਯੂਰਪ ਖਾਸ ਤੌਰ ਤੇ ਖੜਾ ਸੀ ਜੀ ਜੀ। ਔਰ ਜਿਹੜਾ ਪੂਰਬੀ ਯੂਰਪ ਹੈ ਜਿਹੜਾ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ ਉਹ ਤਾਂ ਜ਼ਾਹਰ ਹੈ ਸੋਵੀਅਤ ਯੂਨੀਅਨ ਨਾਲ ਸੀ। ਇਸੇ ਤਰ੍ਹਾਂ ਅਫਰੀਕਾ, ਏਸ਼ੀਆ, ਆਸਟ੍ਰੇਲੀਆ ਵੀ ਡਿਵਾਈਡਡ ਸੀ ਜੀ। ਅਮਰੀਕਾ ਦੇ ਵਿੱਚ ਇਹ ਉਹ ਦੌਰ ਸੀ ਕਿ ਜਦੋਂ ਕਮਿਊਨਿਜ਼ਮ ਇੱਕ ਬਹੁਤ ਨਫ਼ਰਤ ਭਰਿਆ ਸ਼ਬਦ ਸੀ ਜਿਸ ਦਾ ਇਹ ਪਤਾ ਵੀ ਲੱਗ ਜਾਂਦਾ ਸੀ ਕਿ ਇਹ ਕਮਿਊਨਿਸਟ ਹੈ ਜੀ। ਔਰ ਮੈਕਾਰਥੀ ਈਰਾ ਉਸ ਜ਼ਮਾਨੇ ਦਾ ਮੋਸਟ ਨੋਟੋਰੀਅਸ ਈਰਾ ਹੈ ਜੀ। ਕਿ ਕਿਵੇਂ ਹਰ ਥਾਂ ਤੇ ਜਿਹੜਾ ਕਮਿਊਨਿਸਟ ਹੋਣ ਦਾ ਇਲਜ਼ਾਮ ਲਾ ਕੇ ਕੱਢਿਆ ਗਿਆ ਲੋਕਾਂ ਨੂੰ, ਲੋਕਾਂ ਦੇ ਘਰਾਂ ਤੇ ਜਸੂਸੀ ਕੀਤੀ ਗਈ। ਅੱਜ ਵੀ ਜਦੋਂ ਗ੍ਰੀਨ ਕਾਰਡ ਲਈ ਤੁਸੀਂ ਅਰਜ਼ੀ ਭਰਦੇ ਹੋ ਤੇ ਤੁਸੀਂ ਇਹ ਲਿਖਣਾ ਹੁੰਦਾ ਕਿ ਮੈਂ ਕਦੇ ਵੀ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਰਿਹਾ। ਜੇ ਤੁਸੀਂ ਰਹੇ ਹੋ ਤਾਂ ਤੁਸੀਂ ਅਮਰੀਕਾ ਦੇ ਰੈਜ਼ੀਡੈਂਟ ਨਹੀਂ ਬਣ ਸਕਦੇ। ਜੀ ਜੀ। ਅਫਗਾਨਿਸਤਾਨ ਦੀ ਜੰਗ 1979 ਸ਼ੁਰੂ ਹੋਈ, 1999 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਬਹੁਤ ਬੁਰਾ ਹਾਲ ਹੋ ਗਿਆ, ਉਸ ਦਾ ਆਰਥਿਕ ਤੌਰ ਤੇ ਉਹ ਖਲੋ ਨਹੀਂ ਸੀ ਸਕਦਾ ਜੀ। ਸੋਵੀਅਤ ਯੂਨੀਅਨ ਨੇ ਫੌਜਾਂ ਅਫਗਾਨਿਸਤਾਨ ਚੋਂ ਕੱਢੀਆਂ ਔਰ ਬਾਅਦ ਚ ਅਸੀਂ ਦੇਖਦੇ ਹਾਂ ਕਿ 15 ਜਿਹੜੇ ਨੇ ਉਸ ਚੋਂ ਦੇਸ਼ ਨਿਕਲੇ ਔਰ ਦੁਨੀਆ ਦੇ ਵਿੱਚ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣ ਕੇ ਐਮਰਜ ਹੋਈ ਜੀ। 9/11 ਜਿਹੜਾ ਹੈ ਉਹ ਇੱਕ ਦੁਖਾਂਤ ਸੀ ਜਿਹੜਾ ਅਮਰੀਕਾ ਦੀ ਧਰਤੀ ਤੇ ਵਾਪਰਿਆ। ਵਰਲਡ ਟ੍ਰੇਡ ਸੈਂਟਰ ਹੋਏ, ਪੈਂਟਾਗਨ ਦੇ ਉੱਤੇ ਹੋਇਆ ਅਟੈਕ ਹੋਏ ਵਰਜੀਨੀਆ 'ਚ, ਉਸ ਦਾ ਨਤੀਜਾ ਸੀ ਕਿ ਕਮਿਊਨਿਜ਼ਮ ਦਾ ਤਾਂ ਭੋਗ ਪੈ ਚੁੱਕਾ ਸੀ, ਇੱਕੋ ਇੱਕ ਸੁਪਰ ਪਾਵਰ ਅਮਰੀਕਾ ਹੀ ਬਣਿਆ ਸੀ ਜੀ। ਤੇ ਉਸ ਤੋਂ ਬਾਅਦ ਜਿਹੜਾ ਰੁਝਾਨ ਸਾਹਮਣੇ ਆਇਆ ਪੱਛਮੀ ਤਾਕਤਾਂ ਦਾ ਉਹ ਸੀ ਇਸਲਾਮ ਨੂੰ ਦੁਸ਼ਮਣ ਐਲਾਨਣਾ ਕਿ ਐਜ਼ ਇਫ ਇਸਲਾਮ ਇੱਕ ਲੀਡਰ ਜਿਹੜਾ ਰਿਲੀਜਨ ਆਫ ਟਰਬਲ ਹੈ, ਇਹ ਕੋਈ ਪੀਸ ਇਹਦੇ ਚੋਂ ਨਹੀਂ ਨਿਕਲਦੀ ਔਰ ਰੈਡੀਕਲ ਇਸਲਾਮਾਈਜੇਸ਼ਨ ਉਹਦਾ ਨਾਰਾ ਦਿੱਤਾ ਗਿਆ ਕਿਉਂਕਿ ਇਹ ਵੀ ਰੱਖਣਾ ਹੁੰਦਾ ਇਹਨਾਂ ਨੇ ਵੀ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ। ਫਿਰ ਹੁੰਦਾ ਕਿ ਨਹੀਂ ਤੁਸੀਂ ਤਾਂ ਚੰਗੇ ਮੁਸਲਮਾਨ ਹੋ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਜਿਹੜੇ ਦੂਜੇ ਐਕਸਟ੍ਰੀਮ ਤੇ ਖੜੇ ਨੇ ਜਾਂ ਰੈਡੀਕਲ ਨੇ ਜੀ ਜੀ। ਜਾਂ ਜਿਵੇਂ ਹਿੰਦੂਆਂ ਨੇ, ਮੀਡੀਆ ਨੇ ਖਾਸ ਤੌਰ ਤੇ ਸੰਤ ਪਿੰਡਾਂ ਵਾਲਿਆਂ ਦੇ ਦੌਰ 'ਚ ਜਦੋਂ ਪਿੰਡਾਂ ਵਾਲਿਆਂ ਨੂੰ ਡਿਸਕ੍ਰਾਈਬ ਕਰਨਾ ਉਦੋਂ ਕਹਿਣਾ ਜੀ ਇਹ ਮਿਲੀਟੈਂਟ ਲੀਡਰ ਨੇ ਤੇ ਲੌਂਗੋਵਾਰਡ ਨੂੰ ਕਹਿਣਾ ਜੀ ਮੋਡਰੇਟ ਲੀਡਰ ਨੇ ਕਿ ਵੀ ਇਹ ਮੋਡਰੇਟ, ਇਹ ਠੀਕ ਸਮਝਦਾਰੀ ਦੀ ਗੱਲ ਕਰਦੇ ਨੇ, ਇਹ ਖਾੜਕੂਦ ਹੈ। ਔਰ ਇਹੀ ਟਰਮ ਫਿਰ ਇਹਨਾਂ ਨੇ ਜਦੋਂ ਸਰੀ ਤੋਂ ਸ਼ੁਰੂ ਕੀਤਾ ਇੰਡੀਅਨ ਮੀਡੀਆ ਗਵਰਨਮੈਂਟ ਦੀ ਇੰਟਰਫੀਅਰੈਂਸ ਦੇ ਨਾਲ ਕਿ ਜਿਹੜੇ ਧਾਰਮਿਕ ਮਰਿਆਦਾ ਨੂੰ ਮੰਨਣ ਵਾਲੇ ਸਿੱਖ ਸੀ ਕਿ ਜ਼ਮੀਨ ਤੇ ਬੈਠ ਕੇ ਲੰਗਰ ਛਕਣਾ, ਬਾਕੀ ਮਰਿਆਦਾ ਮੰਨਣੀ, ਉਹਨਾਂ ਨੂੰ ਫੰਡਾਮੈਂਟਲਿਸਟ ਕਹਿਣ ਲੱਗ ਗਏ ਤੇ ਜਿਹੜੇ ਬਿਲਕੁਲ ਮਰਿਆਦਾ ਤੋਂ ਭਗੌੜੇ ਸੀ ਔਰ ਇਹਨਾਂ ਦੇ ਚੌਕਟੇ 'ਚ ਫਿੱਟ ਬਹਿੰਦੇ ਸੀ ਉਹਨਾਂ ਨੂੰ ਮੋਡਰੇਟ ਸਿੱਖ ਕਹਿਣ ਲੱਗ ਗਏ। ਸੋ ਜਿਵੇਂ ਇੰਡੀਅਨ ਗਵਰਨਮੈਂਟ ਨੇ ਪੋਲੀਟੀਕਲ ਅਰੀਨਾ 'ਚ ਟਰਮਸ ਕ੍ਰੀਏਟ ਕੀਤੀਆਂ, ਪਹਿਲਾਂ ਫੰਡਾਮੈਂਟਲਿਸਟ ਔਰ ਜੋ ਮੋਡਰੇਟ ਇਹ ਧਾਰਮਿਕ ਤੱਕ ਪਹੁੰਚਾ ਦਿੱਤੀਆਂ, ਪਹਿਲਾਂ ਮਿਲੀਟੈਂਟ ਔਰ ਮੋਡਰੇਟ ਪੋਲੀਟੀਕਲ ਈਡੀਅਮ 'ਚ ਕ੍ਰੀਏਟ ਕੀਤੀਆਂ ਜੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ 9/11 ਤੋਂ ਬਾਅਦ ਇਹ ਰੁਝਾਨ ਪੱਛਮੀ ਮੀਡੀਆ ਨੇ ਵੀ ਅਪਣਾਇਆ ਔਰ ਇਹਨਾਂ ਨੇ ਵੀ ਜਿਹੜੇ ਇਹਨਾਂ ਦੇ ਲੀਡਰ ਵੀ ਸੀ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ। ਹੁਣ ਜਿਹੜੀ ਗੱਲ ਵੱਲ ਮੇਰਾ ਧਿਆਨ ਗਿਆ ਔਰ ਜਿਸ ਨੂੰ ਮੈਂ ਅੱਜ ਡਿਸਕਸ ਕਰਨਾ ਚਾਹੁੰਦਾ, ਟੋਨੀ ਬਲੇਅਰ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਹੈ ਜੀ। ਬੇਸ਼ੱਕ ਜਦੋਂ ਇੰਗਲੈਂਡ ਦੀਆਂ ਦੋਵੇਂ ਪਾਰਟੀਆਂ ਦੀ ਗੱਲ ਹੁੰਦੀ ਹੈ, ਕੰਜ਼ਰਵੇਟਿਵ ਔਰ ਟੋਰੀ ਪਾਰਟੀ ਜਿਹਨੂੰ ਕਿਹਾ ਜਾਂਦਾ, ਦੂਸਰੀ ਲੇਬਰ ਪਾਰਟੀ, ਤੇ ਲੇਬਰ ਪਾਰਟੀ ਨੂੰ ਲਿਬਰਲ ਮੰਨਿਆ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਨੇ ਨੌਨ ਵਾਈਟ ਉਹ ਇਹਦਾ ਹਿੱਸਾ ਨੇ ਔਰ ਕੰਜ਼ਰਵੇਟਿਵ ਪਾਰਟੀ ਤਾਂ ਹਮੇਸ਼ਾ ਹੀ ਟੋਰੀ ਜਾਂ ਰਿਲੀਜੀਅਸ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਹੈ। ਪਰ ਤਬਦੀਲੀ ਇਹ ਅਸੀਂ ਹੁਣ ਦੇਖਦੇ ਹਾਂ ਔਰ ਜਿਵੇਂ ਅਸੀਂ ਕੱਲ ਹੀ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਡੇਵਿਡ ਕੈਮਰੌਨ ਜਿਹੜਾ ਕਿ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਹੈ ਇਸ ਵੇਲੇ ਇੰਗਲੈਂਡ 'ਚ, ਉਹਨੇ ਕਿਹਾ ਕਿ ਜੀ ਇੰਗਲੈਂਡ ਦਾ ਧਰਮ ਜਿਹੜਾ ਉਹ ਕ੍ਰਿਸਚੀਅਨਿਟੀ ਹੈ ਔਰ ਕ੍ਰਿਸਚੀਅਨਸ ਮੋਸਟ ਪਰਸੀਕਿਊਟਿਡ ਪੀਪਲ ਇਨ ਦਾ ਵਰਲਡ, ਉਹਨਾਂ ਦਾ ਅਸੀਂ ਜ਼ਿਕਰ ਕਰਕੇ ਹਟੇ। ਔਰ ਅੱਜ ਹੀ ਜਦੋਂ ਇਹ ਮੈਂ ਸਟੇਟਮੈਂਟ ਟੋਨੀ ਬਲੇਅਰ ਜਿਹੜਾ ਲੇਬਰ ਪਾਰਟੀ ਦਾ ਪ੍ਰਾਈਮ ਮਿਨਿਸਟਰ ਹੈ ਜਿਹਨੇ ਬਦੋ-ਬਦੀ ਇੰਗਲੈਂਡ ਨੂੰ ਇਰਾਕ ਵਾਰ ਦੇ ਵਿੱਚ ਧੱਕਿਆ ਬੁਸ਼ ਦੇ ਨਾਲ ਕਿਉਂਕਿ ਬੁਸ਼ ਦਾ ਤਾਂ ਏਜੰਡਾ ਸੀ ਆਪਣੇ ਪਿਓ ਦੇ ਏਜੰਡੇ ਨੂੰ ਅੱਗੇ ਤੋਰਦੇ ਆ ਵੀ ਇਰਾਕ ਦੇ ਤੇਲ ਤੇ ਕਾਬੂ ਕਰਨਾ। ਸਦਾਮ ਹੁਸੈਨ ਨੂੰ ਤਾਂ ਐਵੇਂ ਇੱਕ
ਵਿਚਕਾਰ ਇੱਕ ਬਹਾਨਾ ਹੀ ਬਣਾਇਆ ਗਿਆ। ਔਰ ਸਭ ਤੋਂ ਪਹਿਲਾਂ ਜਿਹੜਾ ਹੈ ਟੋਨੀ ਬਲੇਅਰ ਉਹਦੇ ਜਹਾਜ਼ ਦੇ ਉੱਤੇ ਚੜਿਆ ਹੋਇਆ ਸੀ ਬੁਸ਼ ਦੇ। ਪਰ ਜਿਹੜੀ ਸਟੇਟਮੈਂਟ ਇਹਨੇ ਟੋਨੀ ਬਲੇਅਰ ਨੇ ਮਜ਼ਹਬਾਂ ਦੇ ਹਵਾਲੇ ਨਾਲ ਦਿੱਤੀ ਹੈ ਕਿ ਜਿਹੜਾ ਅੱਜ ਵੀ, ਔਰ ਇਹ ਲੇਬਰ ਪਾਰਟੀ ਨਾਲ ਜਾਂ ਲਿਬਰਲ ਮਾਈਂਡਸੈਟ ਦਾ ਬੰਦਾ ਹੈ, ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਸੋਚ ਕੀ ਹੈ। ਔਰ ਸਾਡੇ ਲਈ ਇਹ ਅਹਿਮ ਹੁੰਦਾ ਹੈ ਵੀ ਜਦੋਂ ਵੀ ਵੈਸਟਰਨ ਕੰਟਰੀਜ਼ ਜਿਹੜੀਆਂ ਕ੍ਰਿਸਚੀਅਨਿਟੀ ਨੂੰ ਮੰਨਣ ਵਾਲੀਆਂ ਨੇ ਜਾਂ ਮਿਡਲ ਈਸਟ ਜਿਹੜਾ ਇਸਲਾਮ ਦਾ ਹੈ, ਇਹਨਾਂ ਦਾ ਟਕਰਾਅ ਹੁੰਦਾ ਹੈ ਜਾਂ ਹੋਏਗਾ ਭਵਿੱਖ ਦੇ ਵਿੱਚ ਵੀ, ਭਾਵੇਂ ਇਹਨੂੰ ਜਸਟੀਫਾਈ ਕਰਨ ਲਈ ਹੰਟਿੰਗਟਨ ਦੀ ਕਲੈਸ਼ ਆਫ ਸਿਵਲਾਈਜੇਸ਼ਨਸ ਇਸ ਕਿਸਮ ਦੀ ਗੱਲ ਹੋ ਰਹੀ ਹੈ, ਤੇ ਅਸੀਂ ਤਾਂ ਇਹਨਾਂ ਦੀ ਕ੍ਰਾਸ ਫਾਇਰ ਦੇ ਵਿੱਚ ਫਸ ਜਾਂਦੇ। ਜੇ ਟਕਰਾਅ 9/11 ਤੋਂ ਬਾਅਦ ਹੋਇਆ, ਸਭ ਤੋਂ ਜ਼ਿਆਦਾ ਹੀਟ ਕ੍ਰਾਈਮ ਸਿੱਖਾਂ ਦੇ ਖਿਲਾਫ ਹੋਏ ਨੇ ਪਰਸੈਂਟੇਜ ਵਾਈਜ਼ ਪੋਪੂਲੇਸ਼ਨ ਦੇ ਇਸ ਮੁਲਕ ਦੇ ਵਿੱਚ, ਔਰ ਯੂਰਪ ਦੇ ਵਿੱਚ ਵੀ ਇਹੀ ਰੁਝਾਨ ਹੈ। ਪਰ ਮੈਨੂੰ ਇਸ ਗੱਲ ਨੇ ਤਕਲੀਫ ਦਿੱਤੀ ਦੀ ਟੋਨੀ ਬਲੇਅਰ ਦੀ ਸਟੇਟਮੈਂਟ ਨੇ ਕਿ ਕਿਸ ਕਿਸਮ ਦਾ ਮਾਈਂਡਸੈਟ ਅੱਜ 21ਵੀਂ ਸਦੀ ਦੇ ਵਿੱਚ ਯੂਰਪ ਦੇ ਇਹਨਾਂ ਐਨਲਾਈਟਨਡ ਲੋਕਾਂ ਦਾ ਹੈ ਕਿ ਇਹ ਕਿਵੇਂ। ਔਰ ਮੈਂ ਇਸ ਤੋਂ ਪਹਿਲਾਂ ਕਿ ਉੱਤੇ ਕਮੈਂਟ ਕਰਾਂ, ਇਸ ਖਬਰ ਦਾ ਸਿਰਲੇਖ ਹੀ ਹੈ ਕਿ UK ਐਂਡ US ਸ਼ੁੱਡ ਜੁਆਇਨ ਹੈਂਡਸ ਵਿਦ ਰਸ਼ੀਆ ਇਨ ਵਾਰ ਅਗੇਂਸਟ ਰੈਡੀਕਲ ਇਸਲਾਮ, ਟੋਨੀ ਬਲੇਅਰ ਕਿ ਇੰਗਲੈਂਡ ਔਰ ਅਮਰੀਕਾ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਇਕੱਠੇ ਹੋ ਕੇ ਫਿਰ ਰਸ਼ੀਆ ਨੂੰ ਵੀ ਨਾਲ ਸ਼ਾਮਲ ਕਰ ਲੈਣਾ ਚਾਹੀਦਾ ਤਾਂ ਕਿ ਰੈਡੀਕਲ ਇਸਲਾਮ, ਇਹਨੂੰ ਇਸਲਾਮ ਹੀ ਪੜ੍ਹਿਆ ਜਾਏ। ਰੈਡੀਕਲ ਵਰਡ ਤਾਂ ਇਹ ਦੇ ਪ੍ਰਭਾਵ ਦੇਣ ਲਈ ਹੈ ਕਿ ਜੇ ਅਸੀਂ ਮੁਸਲਮਾਨਾਂ ਦੇ ਖਿਲਾਫ ਨਹੀਂ। ਉਹ ਇਹ ਹੁਣ ਇਹ ਕਹਿ ਰਿਹਾ ਕਿ ਜਿਹੜਾ ਅੱਜ ਕੱਲ੍ਹ ਬੜਾ ਇਸ਼ੂ ਪੱਖਿਆ ਹੋਇਆ ਹੈ ਯੂਕਰੇਨ ਦਾ, ਉਹਦੇ 'ਚੋਂ ਕਿਵੇਂ ਇੱਕ ਹਿੱਸੇ ਨੂੰ ਉਹਨਾਂ ਨੇ, ਸੋਵੀਅਤ ਯੂਨੀਅਨ ਨੇ ਆਪ ਹੀ ਉੱਥੇ, ਰਸ਼ੀਆ ਨੇ, ਹੁਣ ਤਾਂ ਰਸ਼ੀਆ ਨਾਂ ਹੈ, ਉੱਥੇ ਰਾਏਸ਼ੁਮਾਰੀ ਕਰਵਾ ਕੇ ਉਹਨੂੰ ਆਜ਼ਾਦ ਕਰ ਦਿੱਤਾ ਹੈ। ਔਰ ਇਸ ਵੇਲੇ ਇਸ਼ੂ ਹੈ, ਅਮਰੀਕਾ ਨੇ ਪਾਬੰਦੀਆਂ ਲਾਈਆਂ ਨੇ, ਇਕਨੋਮਿਕਲ ਸੈਂਕਸ਼ਨਸ। ਕੱਲ੍ਹ ਹੀ ਜਿਹੜਾ ਇਹ ਕਿਹਾ ਗਿਆ ਸੈਕਟਰੀ ਆਫ ਸਟੇਟ ਵੱਲੋਂ ਕਿ ਅਸੀਂ ਹੋਰ ਪਾਬੰਦੀਆਂ ਲਾਵਾਂਗੇ। ਹੁਣ ਇਹ ਟੋਨੀ ਬਲੇਅਰ ਸਲਾਹ ਦੇ ਰਿਹਾ ਹੈ ਕਿ ਇਹ ਯੂਕਰੇਨ ਜਾਂ ਦੂਜਾ ਕੋਈ ਇਸ਼ੂ ਨਹੀਂ ਹੈਗੇ, ਇਹਨਾਂ ਨੂੰ ਬੰਦ ਕਰੋ, ਰਸ਼ੀਆ ਦੇ ਖਿਲਾਫ ਨਾ ਆਓ। ਸਗੋਂ ਅਮਰੀਕਾ, ਇੰਗਲੈਂਡ, ਰਸ਼ੀਆ ਔਰ ਚਾਈਨਾ, ਹੁਣ ਜਿਹੜਾ ਕਮਿਊਨਿਜ਼ਮ ਦੁਸ਼ਮਣ ਸੀ 30 ਸਾਲ ਪਹਿਲਾਂ ਇਹਨਾਂ ਸਾਰੀਆਂ ਪਾਵਰਸ ਦਾ, ਹੁਣ ਇਹ ਕਹਿੰਦੇ ਨੇ ਜੀ ਕਮਿਊਨਿਜ਼ਮ ਨੂੰ ਵੀ, ਇਹਨਾਂ ਕਮਿਊਨਿਸਟਾਂ ਨੂੰ ਨਾਲ ਲਗਾਓ ਔਰ ਅਮਰੀਕਾ, ਇੰਗਲੈਂਡ ਰਲ ਕੇ ਅਸੀਂ ਇਸਲਾਮ ਦੇ ਖਿਲਾਫ ਲੜਾਈ ਲੜੀਏ। ਔਰ ਇਹ ਜਿਹੜੀ ਹੈ ਬੜੀ ਖਤਰਨਾਕ ਥਿਊਰੀ ਹੈ ਔਰ ਉਸ ਹੰਟਿੰਗਟਨ ਦੇ ਕਲੈਸ਼ ਆਫ ਸਿਵਲਾਈਜੇਸ਼ਨ ਨੂੰ ਅੱਗੇ ਤੋਰਦੀ ਹੈ। ਹੁਣ ਇਹ ਟੋਨੀ ਬਲੇਅਰ ਦਾ ਇਹ ਕਹਿਣਾ ਹੈ ਔਰ ਇਸ ਖਬਰ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ। ਫਾਰਮਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ, who will always be remembered as a man who took UK to war with Iraq along with US President George Bush, now wants Britain to join hands with Russia in another war that against radical Islam. मैं पहले ਇਹਦਾ ਵੇਰਵਾ ਦੇ ਚੁੱਕਾ। Blair has asked the UK and US to put aside their differences with Russia over Ukraine and cooperate to fight a new enemy in the form of radical Islam, which he felt governments in Europe and America had become curiously reluctant to acknowledge. ਉਹਨੇ ਕਿਹਾ ਜੀ ਇਹ ਜਿਹੜਾ ਇਸਲਾਮ ਦਾ ਖਤਰਾ ਹੈ ਉਹਦੇ ਬਾਰੇ ਤੁਸੀਂ ਬਿਲਕੁਲ ਨਾਖਬਰ ਹੋ ਔਰ ਰਿਲਕਟੈਂਟ ਹੋ, ਇਹਦੇ ਬਾਰੇ ਗੱਲ ਕਰਨ ਤੋਂ ਤੁਸੀਂ ਕੰਨੀ ਕਤਰਾ ਰਹੇ ਹੋ, ਇਹ ਬੰਦ ਕਰੋ ਔਰ ਸਾਰੇ ਇਕੱਠੇ ਹੋ ਕੇ ਇਸਲਾਮ ਦੇ ਖਿਲਾਫ ਲੜੋ। ਉਹਨੇ ਕਹਿ ਰਿਹਾ ਬਲੇਅਰ, who is now an active mitigator of peace in the Middle East, called the region including Pakistan or Iran as a vast, unfathomable mess with no end in sight and no one worthy of our support. ਹੁਣ ਇਹਨੂੰ ਮਿਡਲ ਈਸਟ ਦਾ ਬੜਾ ਪੀਸ ਬੀਕਨ ਕਹਿ ਰਹੇ ਨੇ ਜੀ, ਇਹ ਸ਼ਾਂਤੀ ਦਾ ਔਰ ਮਿਟੀਗੇਟਰ ਔਰ ਗੱਲਬਾਤ ਕਰਾਉਣ ਵਾਲਾ। ਉਹ ਕਹਿੰਦਾ ਪਾਕਿਸਤਾਨ, ਈਰਾਨ ਸਮੇਤ ਸਾਰਾ ਮਿਡਲ ਈਸਟ ਜਿਹੜਾ ਹੈ ਇੱਕ ਮੈਸ ਹੈ ਔਰ ਇਹਦੇ ਚੋਂ ਸਾਨੂੰ ਕਿਸੇ ਨੂੰ ਵੀ ਸਪੋਰਟ ਨਹੀਂ ਦੇਣੀ ਚਾਹੀਦੀ। ਹੁਣ ਇਹ ਟੋਨੀ ਬਲੇਅਰ, ਲੇਬਰ ਲੀਡਰ, ਇਹ ਗੱਲ ਕਹਿ ਰਿਹਾ। An international program to eradicate religious intolerance and prejudice from school systems and informal education systems and from organizations in civic society would have a huge galvanizing effect in making unacceptable that is currently ignored or tolerated, Blair said. ਉਹਨੇ ਕਹਿ ਰਿਹਾ ਜੀ ਇਹ ਸਕੂਲ ਸਿਸਟਮ 'ਚ ਰਿਫਾਰਮ ਕਰੋ ਔਰ ਇਸ ਸਾਰੇ ਦੇ ਵਿੱਚ ਜਿਹੜਾ ਤੁਸੀਂ ਇਸ ਕਿਸਮ ਦਾ ਬਣਾਓ ਤਾਂ ਕਿ ਸਿਵਿਕ ਸੁਸਾਇਟੀ ਦੇ ਵਿੱਚ ਇਹ ਜਿਹੜੀ ਰਿਲੀਜੀਅਸ ਇੰਟੋਲਰੈਂਸ ਆ ਰਹੀ ਹੈ ਇਹਨੂੰ ਖਤਮ ਕੀਤਾ ਜਾਏ। ਤੁਸੀਂ ਪਹਿਲਾਂ ਵੈਸਟ ਦੇ ਵਿੱਚ ਇਹ ਪ੍ਰੋਗਰਾਮ ਆਪਣੇ ਨਿਆਣਿਆਂ ਨੂੰ ਪੜ੍ਹਾ ਲਓ ਕਿ ਜੀ ਜਿਹੜੇ ਸਭ ਤੋਂ ਜ਼ਿਆਦਾ ਇੰਟੋਲਰੈਂਟ ਹੋ ਰਹੇ ਨੇ ਔਰ ਜਿਹੜੇ ਤੁਹਾਡੇ ਮੁਲਕਾਂ 'ਚ ਹੇਟ ਕ੍ਰਾਈਮ ਹੋ ਰਹੇ ਨੇ ਪਹਿਲਾਂ ਉਹਨਾਂ ਨੂੰ ਪੜ੍ਹਾਓ। ਤੁਸੀਂ ਮਿਡਲ ਈਸਟ 'ਚ ਉਹਨਾਂ ਨੂੰ ਬਾਕੀਆਂ ਨੂੰ ਕੀ ਪੜ੍ਹਾਓ? ਹੁਣ ਇਹ ਉਹਨਾਂ ਨੂੰ ਕਿਵੇਂ ਇਹ ਕਲੱਬਿੰਗ ਕਰ ਰਿਹਾ ਹੈ ਆਪਣੇ ਵਿਚਾਰ ਵਾਲਿਆਂ ਦੀ। ਵਟ ਐਵਰ ਆਵਰ ਅਦਰ ਡਿਫਰੈਂਸਿਸ we should be prepared to reach out and cooperate with the East and in particular Russia and China
On this issue also, there is a complete identity of interest between East and West. China and Russia have exactly the same desire to defeat this ideology as do the USA and Europe. Here is a subject upon which all the principal nations of the G20 could come together, could agree to act and could find common ground to common benefit, he added. ਹੁਣ ਉਹ ਕਹਿ ਰਹੇ G20 ਦੇ ਸਾਰੇ ਦੇਸ਼ ਆ ਜਾਓ, ਈਸਟ ਤੋਂ ਚਾਈਨਾ ਰਸ਼ੀਆ ਲੈ ਲਓ, ਅਮਰੀਕਾ ਅਸੀਂ ਇਕੱਠੇ ਹੋ ਜਾਈਏ ਔਰ ਇਸਲਾਮ ਦੇ ਖਿਲਾਫ ਜਿਹੜੀ ਹੈ ਉਹ ਲੜਾਈ ਲੜੀਏ. Blair said that Ukraine has served to push the Middle East to inside pages with the carnage of Syria featuring somewhat, but the chaos of Libya, whose government we intervened to change, hardly meriting a mention. However, the Middle East matters. What is presently happening there still represents the biggest threat to global security of the early 21st century. ਹੁਣ ਇਹ ਕਹਿ ਰਹੇ ਜੀ ਸੀਰੀਆ ਵਾਲੀ ਗੱਲ ਵੀ ਅੰਦਰ ਪੁਸ਼ ਹੋ ਗਈ, ਕਿਤਾਬ ਦੇ ਅੰਦਰ ਵੜ ਗਈ. ਲੀਬੀਆ ਜਿੱਥੇ ਅਸੀਂ ਡੀਸਟੈਬਲਾਈਜ਼ ਜਾ ਕੇ ਕੀਤਾ ਉੱਥੇ ਮੈਸ ਬਣ ਗਿਆ. ਕਿਉਂ ਤੁਸੀਂ ਮੈਸ ਬਣਾਇਆ? ਕਿਹਨੇ ਤੁਹਾਨੂੰ ਕਿਹਾ ਸੀ ਲੀਬੀਆ ਤੇ ਅਟੈਕ ਕਰਨ ਦਾ? ਔਰ ਹੁਣ ਇਹ ਜਿਹੜੀਆਂ ਆਪਣੀਆਂ ਗਲਤੀਆਂ ਨੇ ਜਿਹੜੀਆਂ ਕਿ ਇੰਟਰਵੀਨ ਕਰਕੇ ਮਿਡਲ ਈਸਟ ਤੋਂ ਇਰਾਕ ਹੋਏ, ਉਹ ਲੀਬੀਆ ਹੋਏ, ਉਹਨੂੰ ਡੀਸਟੈਬਲਾਈਜ਼ ਇਹਨਾਂ ਨਹੀਂ ਕੀਤਾ. ਔਰ ਉਹ ਵੀ ਕਹਿ ਰਹੇ ਨੇ ਜੀ ਕਿ ਇਹ ਇਸਲਾਮ ਦਾ ਦੋਸ਼ ਹੈ ਕਿ ਉੱਥੇ ਡੀਸਟੈਬਲਾਈਜੇਸ਼ਨ ਹੈ. ਤੁਸੀਂ ਹੁਣ ਇਹਨਾਂ ਦਾ ਵਿਚਲਾ ਜਿਹੜਾ ਇਹ ਹੁਣ ਪਿੱਛੇ ਜਿਹੇ ਇਹਨੇ ਈਸਾਈ ਕੈਥੋਲਿਕ ਮੱਤ ਧਾਰਨ ਕੀਤਾ ਆਪਣੀ ਘਰ ਵਾਲੀ ਦੇ ਨਾਲ ਜਾ ਕੇ, ਪੋਪ ਨੂੰ ਮਿਲਿਆ ਸਪੈਸ਼ਲੀ. ਹੁਣ ਇਹਨੂੰ ਲੱਗ ਰਿਹਾ ਵੀ ਇਹ ਜਿਹੜੀ ਲੜਾਈ ਯੂਕਰੇਨ ਦੇ ਵਿੱਚ ਰਸ਼ੀਆ ਦੇ ਨਾਲ ਚੱਲ ਰਹੀ ਹੈ ਇਹ ਤਾਂ ਕ੍ਰਿਸਚਨ ਦੀ ਲੜਾਈ ਹੋ ਗਈ, ਕਿਉਂਕਿ ਰਸ਼ੀਅਨਸ ਵੀ ਉੱਥੇ ਵੀ ਈਸਟਰਨ ਆਰਥੋਡਾਕਸ ਆ ਰਿਹਾ. ਹੁਣ ਇਹਨਾਂ ਨੂੰ ਕਮਿਊਨਿਸਟ ਰਸ਼ੀਆ ਨਜ਼ਰ ਨਹੀਂ ਆ ਰਿਹਾ, ਹੁਣ ਇਹਨਾਂ ਨੂੰ ਜਿਹੜਾ ਉਹ ਕ੍ਰਿਸਚਨ ਨਜ਼ਰ ਆ ਰਹੇ ਨੇ. ਉਹ ਕਹਿੰਦੇ ਵੀ ਇਕੱਠੇ ਹੋਵੋ ਲੜਾਈ ਇਸਲਾਮ ਦੇ ਗਲ ਪਾਓ. ਔਰ ਫਿਰ ਜਿਹੜੀ ਗੱਲ ਸਭ ਤੋਂ ਜ਼ਿਆਦਾ ਉਹਨੇ ਖਤਰਨਾਕ ਕੀਤੀ ਹੈ, ਉਹਨੇ ਕਿਹਾ ਜੀ ਕਿ ਵੀ ਜਿਹੜਾ 3 ਕਾਰਨ ਨੇ ਕਿ ਸਾਨੂੰ ਮੁਸਲਮਾਨਾਂ ਦੇ ਖਿਲਾਫ ਇਕੱਠੇ ਹੋਣਾ ਚਾਹੀਦਾ. ਫਸਟ, ਇਟ ਇਜ਼ ਸਟਿਲ ਵੇਅਰ ਏ ਲਾਰਜ ਪਾਰਟ ਆਫ ਦਾ ਵਰਲਡਸ ਐਨਰਜੀ ਸਪਲਾਈਜ਼ ਆਰ ਜਨਰੇਟਡ, ਕਿ ਤੇਲ ਇਹਨਾਂ ਮੁਲਕਾਂ 'ਚ ਪਿਆ ਸਭ ਤੋਂ ਜ਼ਿਆਦਾ ਇੱਥੇ ਇਹ ਹੈ. ਸੈਕੰਡਲੀ, ਇਟ ਇਜ਼ ਰਾਈਟ ਔਨ ਦਾ ਡੋਰ ਸਟੈਪਸ ਆਫ ਯੂਰਪ, ਕਿ ਇਹ ਤਾਂ ਸਾਡੇ ਯੂਰਪ ਦੇ ਬੂਹੇ ਤੇ ਬੈਠੇ ਨੇ, ਜੇ ਅੱਜ ਬੂਹੇ ਤੇ ਬੈਠੇ ਨੇ ਕੱਲ ਨੂੰ ਅੰਦਰ ਆ ਜਾਣਗੇ, ਇਸ ਲਈ ਇਹਨਾਂ ਨੂੰ ਨੱਪੋ. ਥਰਡ, ਇਨ ਦਾ ਸੈਂਟਰ ਆਫ ਦਿਸ ਮੈਲਸਟ੍ਰੋਮ ਇਜ਼ ਇਜ਼ਰਾਈਲ. Its alliance with USA, its partnership with leading countries of the Europe, and the fact that it is a Western democracy means that its fate is never going to be a matter of indifference. Finally, and least obvious, is a reason we are curiously reluctant to admit, in part because the admissions would throw up some very difficult policy choices. It is in the Middle East that the future of the Islam will be decided. ਉਹਨੂੰ ਕਹਿੰਦਾ ਜੀ ਮੁਸਲਮਾਨਾਂ ਨੂੰ ਇਸ ਲਈ ਦੱਬਣਾ ਵੀ ਇੱਥੇ ਤੇਲ ਹੈ, ਇਹ ਸਾਡੇ ਯੂਰਪ ਦੇ ਡੋਰ ਸਟੈਪ ਤੇ ਨੇ, ਔਰ ਇੱਥੇ ਇਜ਼ਰਾਈਲ ਹੈ, ਔਰ ਅਸੀਂ ਇਜ਼ਰਾਈਲ ਨੂੰ ਹਰ ਹਾਲ 'ਚ ਪ੍ਰੋਟੈਕਟ ਕਰਨਾ ਹੈ, ਉਹਦੇ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੈ. ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਮਿਡਲ ਈਸਟ ਹੀ ਇਸਲਾਮ ਦਾ ਫੇਟ ਡਿਸਾਈਡ ਕਰੇਗਾ. ਵੇਅਰ ਐਵਰ ਯੂ ਲੁੱਕ ਫਰੋਮ ਇਰਾਕ ਟੂ ਲੀਬੀਆ ਟੂ ਇਜਿਪਟ ਟੂ ਯਮਨ ਟੂ ਲੈਬਨਾਨ ਟੂ ਸੀਰੀਆ ਐਂਡ ਦੈਨ ਫਰਦਰ ਅਫੀਲਡ ਟੂ ਈਰਾਨ, ਪਾਕਿਸਤਾਨ ਐਂਡ ਅਫਗਾਨਿਸਤਾਨ, ਦਿਸ ਇਜ਼ ਦਾ ਐਸੈਂਸ਼ੀਅਲ ਬੈਟਲ. ਉਹਨੇ ਇਹ ਕਿਹਾ ਕਿ ਜੀ ਆਹੀ ਹੈ ਸਾਰੇ ਮੁਸਲਮਾਨ ਦੇਸ਼ ਗਿਣਾ ਕੇ. ਔਰ ਕਨਕਲੂਡਿੰਗਲੀ ਜਿਹੜਾ ਉਹਨੂੰ ਫਿਕਰ ਹੈ ਔਰ ਜਿਹੜਾ ਇਸ ਵੇਲੇ ਇਹਨਾਂ ਦਾ ਵੱਡਾ ਫਿਕਰ ਬਣਿਆ, the Muslim population in Europe is now over 40 million and growing. ਕਿ ਜੀ 40 ਮਿਲੀਅਨ 4 ਕਰੋੜ ਮੁਸਲਮਾਨ ਹੁਣ ਯੂਰਪ 'ਚ ਬੈਠੇ ਨੇ ਔਰ ਇਹਨਾਂ ਦੀ ਆਬਾਦੀ ਵੱਧ ਰਹੀ ਹੈ. The Muslim Brotherhood and other organizations are increasingly active and they operate without much investigation or constraint. We changed the regime in Libya through air power. We don't commit forces on the ground. Again, the people initially responded well, but now Libya is a mess, and a mess that is destabilizing everywhere around it. ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹਨਾਂ ਨੂੰ ਆਪਣੇ ਕ੍ਰਿਸਚੀਅਨ ਵਰਲਡ ਵਿਚਲਾ ਜਿਹੜਾ ਰੇਸਿਜ਼ਮ, ਇਨਟੋਲਰੈਂਸ ਔਰ ਐਕਸਟ੍ਰੀਮਿਜ਼ਮ ਹੈ, ਰੈਡੀਕਲ ਕ੍ਰਿਸਚੀਅਨਿਟੀ, ਉਹ ਨਜ਼ਰ ਨਹੀਂ ਆਉਂਦੀ. ਤੇ ਇਹਨੂੰ ਵੀ ਪਾਸੇ ਰੱਖ ਦਿਓ. ਇਹ ਟੋਨੀ ਬਲੇਅਰ ਇੰਗਲੈਂਡ 'ਚ ਬੈਠਾ ਹੈ. ਇੰਡੀਆ ਦੇ ਵਿੱਚ ਕੀ ਹੋ ਰਿਹਾ? ਨਰਿੰਦਰ ਮੋਦੀ, ਬੀਜੇਪੀ, RSS ਕਿਹੜੀ ਆਈਡੀਓਲੋਜੀ ਨੂੰ ਪਰਸਿਊ ਕਰ ਰਹੀ ਹੈ? ਔਰ 1 ਬਿਲੀਅਨ 300 ਮਿਲੀਅਨ ਦਾ ਮੁਲਕ ਹੈ, ਜਿੰਨੀ ਇੱਕ ਮੁਸਲਮਾਨਾਂ ਦੀ ਆਬਾਦੀ ਤੋਂ ਥੋੜਾ ਜਿਹਾ ਘੱਟ ਹੋਏਗਾ ਜਿੰਨੀ ਕੁੱਲ ਦੁਨੀਆ 'ਚ ਮੁਸਲਮਾਨਾਂ ਦੀ ਆਬਾਦੀ ਹੈ. ਟੋਨੀ ਬਲੇਅਰ ਨੂੰ ਹਿੰਦੂ ਫੰਡਾਮੈਂਟਲਿਜ਼ਮ ਕਿਉਂ ਨਹੀਂ ਨਜ਼ਰ ਆ ਰਿਹਾ? ਉਹ ਕਿਉਂ ਨਹੀਂ ਇਹ ਵੈਸਟ ਵਾਲਿਆਂ ਨੂੰ ਕਹਿੰਦਾ ਕਿ ਹਿਟਲਰ ਇਨ ਦਾ ਮੇਕਿੰਗ ਹੈ ਨਰਿੰਦਰ ਮੋਦੀ? ਵੀ ਤੁਸੀਂ ਸੈਕੰਡ ਵਰਲਡ ਵਾਰ 'ਚ ਕਰੋੜਾਂ ਸੋਲਜਰ ਮਰੇ, ਰਸ਼ੀਆ ਦੇ ਮਰੇ, ਅਮਰੀਕਾ ਦੇ ਮਰੇ, ਇੰਗਲੈਂਡ ਦੇ ਮਰੇ, ਫਰਾਂਸ ਦੇ ਮਰੇ, ਔਰ ਲੱਖਾਂ ਹੋਰ ਮਰੇ, 6 ਮਿਲੀਅਨ ਯਹੂਦੀ ਮਰੇ,
ਜਿਪਸੀ ਮਰੇ, ਅਰਮੀਨੀਅਨਸ ਮਰੇ, ਮਾਈਨੋਰਟੀਜ਼ ਮਰੀਆਂ ਜੀ, ਉਦੋਂ ਤੋਂ ਤੁਸੀਂ ਕਿਹਾ ਜੀ ਨੈਵਰ ਅਗੇਨ, ਇਹ ਕਦੇ ਦੁਬਾਰਾ ਨਹੀਂ ਹੋਣਾ ਚਾਹੀਦਾ, ਕਦੇ ਦੁਬਾਰਾ ਨਹੀਂ ਹੋਣਾ ਚਾਹੀਦਾ। ਔਰ ਹੁਣ ਜਿਹੜਾ ਹਿਟਲਰ ਇਨ ਦਾ ਮੇਕਿੰਗ ਹੈ ਉੱਥੇ, ਜਿਹਨੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ ਹੈ, ਉਹ ਟੋਨੀ ਬਲੇਅਰ ਨੂੰ ਨਜ਼ਰ ਨਹੀਂ ਆਉਂਦਾ। ਉਹ ਇਹ ਨਹੀਂ ਕਹਿੰਦਾ ਵੀ ਵੈਸਟਰਨ ਕੰਟਰੀਜ਼ ਅੱਜ ਇਕੱਠੀਆਂ ਹੋ ਕੇ ਅਮਰੀਕਾ ਔਰ ਯੂਰਪ ਉਸ ਹਿਟਲਰ ਨੂੰ ਰੋਕੋ ਜਿਹਨੇ ਆਉਣ ਵਾਲੇ ਦਿਨਾਂ 'ਚ ਲੱਖਾਂ ਮੁਸਲਮਾਨ ਮਾਰਨੇ ਨੇ, ਪਰ ਇਹਨਾਂ ਦਾ ਤਾਂ ਦੁਸ਼ਮਣ ਹੀ ਇਸਲਾਮ ਹੈ। ਜੀ ਜੀ, ਜੇ ਡਿਕਲੇਅਰ ਹੀ ਇਹਨਾਂ ਨੇ ਕੀਤਾ ਹੈ ਕਿ ਜੀ 40 ਮਿਲੀਅਨ ਆ ਗਏ, ਯੂਰਪ 'ਚ ਬੈਠੇ ਨੇ, ਤੇਲ ਇਹਨਾਂ ਦੇ ਕੋਲ ਹੈ, ਸਾਡੇ ਡੋਰ ਸਟੈਪ ਤੇ ਨੇ। ਸੋ ਇਹ ਤਾਂ ਹਿੰਦੂ ਤਵੀਆਂ ਦੀ, ਔਰ ਇਸ ਲਈ ਨਰਿੰਦਰ ਮੋਦੀ ਪ੍ਰਤੀ ਹੁਣ ਤੁਸੀਂ ਜਿਹੜੇ ਕੋਈ ਇੱਕ ਦੋ ਆਰਟੀਕਲ ਫੇਵਰੇਬਲ ਦੇਖਦੇ ਹੋ, ਦੇਖੋਗੇ ਜਾਂ ਯਹੂਦੀਆਂ ਦੇ ਲਿਖੇ ਹੋਏ ਨੇ ਜਾਂ ਟੋਨੀ ਬਲੇਅਰ ਵਰਗੇ ਜਿਹੜੇ ਕੰਜ਼ਰਵੇਟਿਵ ਬਣੇ ਹੋਏ ਨੇ ਹੁਣ ਉਹਨਾਂ ਦੇ ਲਿਖੇ ਹੋਏ ਨੇ। ਸੋ ਮੈਸੇਜ ਉਹ ਇਹ ਦੇ ਰਹੇ ਨੇ ਕਿ ਕਿਉਂਕਿ ਇਸਲਾਮ ਦੁਸ਼ਮਣ ਹੈ, ਇਸ ਲਈ ਹਿੰਦੂ ਫੰਡਾਮੈਂਟਲਿਜ਼ਮ ਜਿਹੜਾ ਉਹ ਕਬੂਲ ਹੈ, ਔਰ ਤਾਂ ਕਿ 150 ਮਿਲੀਅਨ ਜਿਹੜੇ ਮੁਸਲਮਾਨਾਂ ਨੂੰ ਮਾਰਨਾ ਹੈ ਉਹਦੇ ਲਈ ਤਾਂ ਨਰਿੰਦਰ ਮੋਦੀ ਇਹਨਾਂ ਦੇ ਹੱਥ ਡੰਡਾ ਹੋਏਗਾ ਜੀ। ਸੋ ਇਹ ਜਿਹੜਾ ਰੁਝਾਨ ਹੈ, ਔਰ ਅਨਫੋਰਚੂਨੇਟਲੀ ਸਾਡੇ ਬਹੁਤ ਸਾਰੇ ਜਿਹੜੇ ਸਿੱਖ ਕੌਮ ਦੀ ਵੈਲਫੇਅਰ ਚਾਹੁਣ ਵਾਲੇ ਵੀਰ ਭੈਣਾਂ ਵੀ ਨੇ, ਉਹ ਆਪਣੇ ਦਾਇਰਾਕਾਰ ਤੋਂ ਬਾਹਰ ਨਹੀਂ ਦੇਖਦੇ। ਅੱਜ ਕਿਸੇ ਨੂੰ ਆਮ ਆਦਮੀ ਪਾਰਟੀ ਦਾ ਬੁਖਾਰ ਚੜਿਆ, ਕਿਸੇ ਨੂੰ ਕੋਈ ਹੋਰ ਚੜਿਆ, ਪਰ ਇੰਟਰਨੈਸ਼ਨਲ ਲੈਵਲ ਤੇ ਕਿਸ ਕਿਸਮ ਦੀਆਂ ਕੰਸਪੀਰੇਸੀ ਚੱਲ ਰਹੀਆਂ, ਔਰ ਇਸ ਕਿਸਮ ਦੇ ਲੋਕ ਕਿਸ ਲੈਵਲ ਦੇ ਉੱਤੇ ਜਾ ਕੇ ਆਉਣ ਵਾਲੀ 21ਵੀਂ ਸਦੀ ਦੇ ਵਿੱਚ ਕਿਸ ਕਿਸਮ ਦਾ ਏਜੰਡਾ ਸੈੱਟ ਕਰ ਰਹੇ ਨੇ, ਸਾਨੂੰ ਇਹਦੇ ਬਾਰੇ ਵੀ ਜ਼ਰੂਰ ਫਿਕਰਮੰਦ ਵੀ ਹੋਣਾ ਚਾਹੀਦਾ ਔਰ ਇਹਦੇ ਬਾਰੇ ਵਿਚਾਰ ਵੀ ਕਰਨੀ ਚਾਹੀਦੀ ਹੈ। ਸੋ ਅਸੀਂ ਇਸ ਵਿਸ਼ੇ ਦੀ ਕੁੱਲ ਮਨੁੱਖਤਾ ਦੇ ਲਈ ਅਹਿਮੀਅਤ ਨੂੰ ਸਮਝਦੇ ਹਾਂ, ਔਰ ਖਾਸ ਤੌਰ ਤੇ ਕਿਵੇਂ ਜਿਵੇਂ ਕਮਿਊਨਿਜ਼ਮ ਨੂੰ ਆਧਾਰ ਬਣਾ ਕੇ ਇੱਕ ਨਫ਼ਰਤ ਦਾ ਦੌਰ ਚੱਲਿਆ, ਅਸੀਂ ਸਮਝਦੇ ਹਾਂ ਵੀ ਜਦੋਂ ਇਸਲਾਮ ਦੇ ਨਾਂ ਥੱਲੇ ਵੀ ਇਸ ਕਿਸਮ ਦੀ ਗੱਲ ਹੁੰਦੀ ਹੈ, ਅਲਟੀਮੇਟਲੀ ਇਹਦੇ ਚੋਂ ਇੱਕ ਮਿਸ ਪ੍ਰਾਇਰਟੀਜ਼ ਨੇ, ਗਲਤ ਟਾਰਗੇਟ ਕੀਤਾ ਜਾ ਰਿਹਾ, ਔਰ ਇਹਨਾਂ ਦਾ ਆਪਣਾ ਇਹਨਾਂ ਵਿਚਲਾ ਜਿਹੜਾ ਐਕਸਟ੍ਰੀਮ ਕ੍ਰਿਸਚੀਅਨ ਹੈ ਉਹ ਬੋਲ ਰਿਹਾ, ਕੋਈ ਇਹਨਾਂ ਦੇ ਸਾਹਮਣੇ ਹਿਊਮੈਨਿਟੀ ਦੀ ਵੈਲਫੇਅਰ ਦਾ ਏਜੰਡਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵੀਰ ਤੁਸੀਂ ਇਸ ਤਰ੍ਹਾਂ ਬਣਿਆ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।